ਜੀ ਵਾਹਿਗੁਰੂ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ। ਗਰੀਬ ਨਿਵਾਜ ਗੁਸਈਆ ਮੇਰਾ, ਮਾਥੇ ਛਤਰ ਧਰੇ, ਸਤਿਗੁਰ ਕੈ ਜਨ ਮੇ ਗਵਨ ਮਿਟਾਇਆ, ਅਨਹਤ ਰਾਤੇ ਇਹੋ ਮਨ ਲਾਇਆ, ਸਤਿਗੁਰ ਕੈ ਜਨ ਗੁਰ ਕੈ ਜਨ ਮੇ
ਮਨਸਾ ਆਸਾ ਸ਼ਬਦ ਜਲਾਈ ਮਨਸਾ ਆਸਾ ਸ਼ਬਦ ਜਲਾਈ ਮਨਸਾ ਆਸਾ ਸ਼ਬਦ ਜਲਾਈ ਮਨਸਾ ਆਸਾ ਸ਼ਬਦ ਜਲਾਈ ਗੁਰਮੁਖ ਜੋਤ ਨਿਰੰਤਰ ਪਾਈ ਗੁਰਮੁਖ ਜੋਤ ਨਿਰੰਤਰ ਪਾਈ ਗੁਰਮੁਖ ਜੋਤ ਨਿਰੰਤਰ ਪਾਈ ਗੁਰਮੁਖ ਜੋਤ ਨਿਰੰਤਰ ਪਾਈ ਇਹੋ ਮਨ ਲਾਇਆ ਇਹੋ ਮਨ ਲਾਇਆ ਇਹੋ ਮਨ ਲਾਇਆ ਇਹੋ ਮਨ ਲਾਇਆ ਸਤਿਗੁਰ ਕੈ ਸਤਿਗੁਰ ਕੈ ਗਵਨ ਮਿਲਾਇਆ ਅਨਹਤ ਰਾਤੇ ਇਹੋ ਮਨ ਲਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰ ਕੈ ਜਨਮੇ ਦਾਵਨ ਮਿਟਾਇਆ ਸਤਿਗੁਰ ਕੈ ਜਨਮੇ ਗਵਨ ਮਿਟਾਇਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ 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 ਅਨਹਤ ਰਾਤੇ ਇਹ ਅਨਹਤ ਰਾਤੇ ਇਹੋ ਮਨ ਲਾਇਆ ਇਹੋ ਮਨ ਲਾਇਆ ਇਹੋ ਮਨ ਲਾਇਆ ਸਤਿਗੁਰ ਕੈ ਗਵਨ ਮਿਟਾਇਆ
ਗੁਣ ਮੇਟੇ ਖਾਈਐ ਸਾਰ ਤ੍ਰੈ ਗੁਣ ਮੇਟੇ ਮੇਟੇ ਖਾਈਐ ਸਾਰ ਨਾਨਕ ਤਾਰੇ ਸਾਰ ਨਾਨਕ ਤਾਰੇ ਤਾਰਨ ਹਾਰੇ ਨਾਨਕ ਤਾਰੇ ਤਾਰਨ ਹਾਰ ਨਾਨਕ ਸਤਿਗੁਰ ਕੈ ਜਨਮ ਸੁਹੇਲਾ ਹੋਏ ਜਨਮ ਸੁਹੇਲਾ ਗਵਨ ਮਿਟਾਇਆ ਗਵਨ ਮਿਟਾਇਆ ਅੰਮ੍ਰਿਤ ਪੀਆ ਸਤਿਗੁਰ ਦੀਆ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ
ਗਵਨ ਮਿਟਾਇਆ ਅਨਹਤ ਰਾਤੇ ਇਹ ਮਨ ਲਾਇਆ ਅਨਹਤ ਰਾਤੇ ਇਹੋ ਮਨ ਲਾਇਆ ਅਨਹਤ ਰਾਤੇ ਇਹੋ ਮਨ ਲਾਇਆ ਸਤਿਗੁਰ ਕੈ ਜਨ ਮੇ ਗਗਨ ਮਿਟਾਇਆ ਅਨਹਤ ਰਾਤੇ ਇਹੋ ਮਨ ਲਾਇਆ ਇਹੋ ਮਨ
ਸਤਿਗੁਰ ਕੈ ਜਨਮੇ ਗਗਨ ਇਹੋ ਮਨ ਲਾਇਆ। ਜਪੋ ਜੀ ਸਾਹਿਬ। ਸਤਿਗੁਰ ਕੈ ਜਨ ਗਵਨ ਅਨਹਦ ਰਾਤੇ ਇਹੋ ਮਨ ਆਓ ਗੁਰੂ ਪਿਆਰਿਓ, ਸ਼ਬਦ ਪੜ੍ਹ ਰਹੇ ਸਾਂ। ਸਤਿਗੁਰ ਕੈ ਜਨਮੇ ਗਵਨ ਮਿਟਾਏ। ਗੁਰੂ ਘਰ ਦੇ ਵਿੱਚ ਜਦੋਂ ਮੇਰਾ ਜਨਮ ਹੋਇਆ, ਮਹਾਰਾਜ ਜੀ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਪਹਿਲਾਂ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੁਸ਼ੋਭਿਤ ਹੈ। ਸਤਿਗੁਰੂ ਕਹਿ ਰਹੇ ਨੇ, ਗੁਰੂ ਘਰ ਦੇ ਵਿੱਚ ਜਨਮ ਹੋਣ ਦੇ ਨਾਲ ਜੋ ਮੇਰਾ ਆਵਾਜਾਈ ਦਾ ਚੱਕਰ ਸੀ ਉਹ ਖਤਮ ਹੋ ਗਿਆ। We often say that Amrit starts with Guru Gobind Singh Ji Maharaj. Amrit is attributed to just Guru Gobind Singh Maharaj, Sache Patsha, but look in the Bani of Guru Granth Sahib Maharaj. Sadhguru Ji clearly states that when I took birth in the Guru's home, as soon as my new life started in the Guru's house, my cycle of coming and going, all of that ended. Because this cycle has been going on for a very long time, pyareo. ਇਹ ਅੱਜ ਦਾ ਸਰੀਰ ਨਹੀਂ ਕਿਤੇ ਪਹਿਲੀ ਵਾਰ ਮਿਲਿਆ, ਬਾਰ-ਬਾਰ ਸਰੀਰ ਮਿਲਣ ਬਾਵਜੂਦ ਬੰਦਾ ਫਿਰ ਵੀ ਭਟਕਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਿਗੇਸਟ ਰਿਐਲਿਟੀ, ਭਾਵੇਂ ਅਸੀਂ ਕਈ ਅੱਜ ਦੇ ਵਿਦਵਾਨ ਕਹਿੰਦੇ ਨੇ ਕਿ ਇਹ 84 ਲੱਖ ਜੂਨ ਨਹੀਂ ਚੱਕਰ, ਇਹ ਆਵਾਜਾਈ ਦਾ ਹੈ ਨਹੀਂ ਜੀ, ਇਹ ਉਹ। ਚਲੋ ਜੋ ਗੁਰੂ ਕਹਿੰਦਾ ਆ ਸਾਧ ਸੰਗਤ ਜੀ, ਇੱਥੇ ਹੋਰ ਇਹਦੇ ਅਰਥ ਨਹੀਂ ਹੋ ਸਕਦੇ। ਲੱਖ ਹੋਰ ਐਸੇ ਸ਼ਬਦ ਨੇ ਭਾਈ ਗੁਰਦਾਸ ਜੀਆਂ ਦੇ ਮੁਖਾਰਬਿੰਦ ਤੋਂ ਵੀ, ਅਤੇ ਇਤਿਹਾਸਕ ਬਚਨ ਜਿੱਥੇ ਪਾਤਸ਼ਾਹ ਜੀ ਸਪਸ਼ਟੀ ਦਿੰਦੇ ਨੇ
कि भाई तू गेड़ा निभाउण निबेड़न आया एक बार कि बार बार जन्म ना धारण करना पवे हुण अब की बार बख्श बंदे को बहुर ना ਇਹਦੇ अर्थ की करांगे जी बहुर ना भवजल फेरा गुरु खालसा जी इन्हां छोटियां गल्लां च पैण तो इलावा गुरमत दे विच खजाने भरपूर ने There's so much that Guru says in their Bani ਤੇ ਅੱਜ ਦਾ ਜੋ ਮਹਾਨ ਦਿਵਸ ਹੈ ਖਾਲਸਾ ਸਿਰਜਣਾ ਦਿਵਸ ਸੰਗਰਾਂਦ ਦਾ ਵਿਸਾਖ ਦਾ ਨया ਮਹੀਨਾ ਤੇ ਕੱਲ ਆਪਾਂ ਦਰਬਾਰ ਵਿਖੇ ਇਹ ਵੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ 13 ਸ਼ਹੀਦ ਸਿੰਘ ਜਿਨ੍ਹਾਂ ਨੇ 13 ਅਪ੍ਰੈਲ 1978 ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ we've discussed many things on this journey of coming towards ਵਿਸਾਖੀ ਜਿਹੜੀ ਸੰਗਤ ਨਾਲ ਆ ਰਹੀ ਸੀ ਜਿਹੜੀ ਸੰਗਤ ਆਨਲਾਈਨ ਨਾਲ ਦੇਖ ਰਹੀ ਸੀ ਇਸੀ ਗੁਰਦੁਆਰੇ ਸ਼ਾਇਦ 6 ਤਰੀਕ ਜਾਂ 7 ਤਰੀਕ ਪਹਿਲਾ ਦੀਵਾਨ ਲੱਗਾ ਸੀ ਪ੍ਰਚਾਰ ਫੇਰੀ ਦਾ ਤੇ ਉੱਥੇ ਨਿਗੁਰੇ ਬਾਰੇ ਅਸੀਂ ਵਾਚਨਾ ਸ਼ੁਰੂ ਕੀਤੀ ਸੀ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਮਨ ਨੂੰ ਕਿਵੇਂ ਸੱਟ ਲੱਗਦੀ ਸੀ ਤੇ ਉਸ ਵੇਲੇ ਇੰਜ ਪ੍ਰਤੀਤ ਹੋਇਆ ਕਿ ਮੈਂ ਤਾਂ ਆਪਣਾ ਜੀਵਨ ਹੀ ਬੇਅਰਥ ਬਤੀਤ ਕਰ ਦਿੱਤਾ ਤੇ ਮੇਰੇ ਕੋਲ ਹਾਲੇ ਵੀ ਗੁਰੂ ਨਹੀਂ we started this very beautiful last few weeks right in this Gurdwara Sahib Petaling Jaya probably on the 6th if I'm not mistaken we had a divan here where we started off this entire prachar tour for Vaisakhi by discussing the whole concept of Nigura a person without a guru ਉੱਥੋਂ ਚੱਲ ਕੇ ਸਾਧ ਸੰਗਤ ਜੀ ਦੇਖੋ ਕਿੰਨੇ ਦੀਵਾਨ ਹੋਏ ਨੇ ਵੱਖ-ਵੱਖ ਸਤਿਗੁਰੂ ਜੀ ਨੇ ਚੀਜ਼ਾਂ विषय साड़ी झोली च पाइया कि प्रेम की है प्रतीत की है भरोसा की है रहत की है खालसा है कौन सारिया चीज़ां आप जी ने विचार की ते अज गुरु खालसा जी जेड़ी फतेह नूं आपां रोज़ बुलाते हैं क्योंकि मेरा समा सीमित है इस तो बाद होर भी हाज़रियां ने प्यारिओ बहुता समा ना लैंदियां होया अज आप जी दे सन्मुख कुछ को बचन रखांगे सतगुरु जी दे कि अनहत राते एहो मन लाया look when we were discussing बहुत बारीक ने we probably understood the first पंक्ति because in English it's clearly written when I took a new birth in the Guru's house my coming and going ended all of us can understand that but what does it mean अनहत राते एहो मन लाया if you read the English translation it says the unstruck sound current what does that mean अनहत शब्द है की जी ये कित्थों चलदा आ ਇਹਦੇ ਪਿੱਛੇ ਕਨਸੈਪਟ ਕੀ ਹੈ ਇਹ ਬਹੁਤ ਡੂੰਗੀ ਵਿਚਾਰ ਹੈ ਕਿਉਂਕਿ ਸਾਧ ਸੰਗਤ ਜੀ ਅਨਹਦ ਨਾਦ ਪਰਮੇਸ਼ਰ ਆਪ ਹੈ ਆਖੋ ਸਤਨਾਮ ਆਵਾਜ਼ ਧੁਨੀ ਖੜਕਾ ਰੌਲਾ ਜੋ ਵੀ ਇਹਨੂੰ ਕਹੀਏ ਇਹ ਉਦੋਂ ਪੈਦਾ ਹੁੰਦਾ ਆ ਜਦੋਂ ਦੋ ਚੀਜ਼ਾਂ ਆਪਸ ਦੇ ਵਿੱਚ ਟਕਰਾਉਂਦੀਆਂ ਨੇ ਵੋਕਲ ਕਾਰਡਸ ਦੇ ਵਾਈਬ੍ਰੇਟ ਐਂਡ ਦੈਨ ਵੀ ਆਰ ਏਬਲ ਟੂ ਸਪੀਕ ਇਫ ਆਈ ਟੇਕ ਅ ਕੱਪ and then I take a spoon I hit that spoon against the cup sound is produced but for anahad shabad this is such a primordial sound where you don't need two objects to touch one another to vibrate it happens on its own guru kirupa kare kite edi vichar hove ta karke jadon amrit sanchar lai jaida saad sangat ji ਇਹ topic ਡੂੰਗੀ ਹੈ ਅੱਜ ਦਾ ਮੇਰਾ ਇਹ ਵਿਸ਼ਾ ਨਹੀਂ ਅਨਹਤ ਸ਼ਬਦ ਜਿਹੜਾ ਆ ਦਸਮ ਦਵਾਰ ਖੁੱਲਣ ਤੋਂ ਬਾਅਦ ਕਿਤੇ ਸਤਿਗੁਰੂ ਕਿਰਪਾ ਕਰਦੇ ਨੇ ਉਸ ਸਫ਼ਰ ਤੇ ਜਾਂਦਿਆਂ ਅਭਿਆਸੀ ਜੀਵਨ ਅਪਣਾਉਂਦਿਆਂ ਹੋਇਆਂ ਕਿਤੇ ਜਾ ਕਰਕੇ ਇਹਦੀ ਝਲਕ ਪੈਂਦੀ ਹੈ ਤਾਂ ਕਰਕੇ 5 ਸਾਧ ਸੰਗਤ ਜੀ ਬੂੰਦਾਂ ਅੰਮ੍ਰਿਤ ਦੀਆਂ ਦਸਮ ਦਵਾਰ ਤੇ ਪਾਈਆਂ ਜਾਂਦੀਆਂ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਦੀ ਇੱਕ ਇੱਕ ਚੀਜ਼ ਇੱਕ ਇੱਕ ਬਾਤ ਪਿੱਛੇ ਕੋਈ ਕਾਰਨ ਹੈ ਪਿਆਰਿਓ ਆਓ ਜੋ ਅੱਜ ਦੀ ਵਿਚਾਰ ਹੈ ਆਪ ਜੀ ਦੇ ਅੱਗੇ ਰੱਖੀਏ I know that many of you seated, many are coming and going. Please bless me with your concentration. I don't have much time. ਆਏ ਹਾਂ ਸਾਧ ਸੰਗਤ ਜੀ ਤੇ ਹੱਸਣ ਖੇਡਣ ਹੈਪੀ ਵਿਸਾਖੀ ਕਹਿ ਕੇ ਤੇ ਖਾਣਾ ਖਾ ਕੇ ਅਸੀਂ ਚਲੇ ਜਾਣਾ ਨਹੀਂ ਆਏ ਹਾਂ ਤੇ ਇੱਥੇ ਕੁਝ ਗੁਰੂ ਵੱਲੋਂ ਖਟ ਕੇ ਕਿਉਂਕਿ ਵਿਸਾਖੀ ਇੱਕ ਅਧਿਆਤਮਿਕ ਪੁਰਬ ਹੈ ਹਾਲਾਂਕਿ ਪਿੱਛੇ ਇਹ ਕਿਸੇ ਹੋਰ ਕਾਰਨ ਲਈ ਪਹਿਲਾਂ ਗੁਰੂ ਸਾਹਿਬਾਂ ਦੇ ਸਮੇਂ ਮਨਾਇਆ ਜਾਂਦਾ ਸੀ ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਜ 1699 ਦੀ ਵਿਸਾਖੀ ਦੇ ਵਿੱਚ ਇਹ ਕਾਰਾ ਵਰਤਾਇਆ ਹੁਣ ਵਿਸਾਖੀ ਦੇ ਅਰਥ ਹੀ ਬਦਲ ਦੇ ਦਿੱਤੇ ਸਤਿਗੁਰੂ ਜੀ ਨੇ ਹੁਣ ਇਹਨੂੰ ਇੱਕ ਅਧਿਆਤਮਿਕ ਪੱਖੋਂ ਸਿੱਖਾਂ ਦੀ ਝੋਲੀ 'ਚ ਪਾ ਦਿੱਤਾ ਆਓ ਜਿੰਨੀ ਵੀ ਸੰਗਤ ਬੈਠੀ ਹੈ ਗੱਜ ਵੱਜ ਕੇ ਸਤਿਗੁਰਾਂ ਦੀ ਫਤਿਹ ਬੁਲੰਦ ਕਰੋ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ we just said the fateh
And the first part of the Fateh is my question mark to you. Vaheguru Ji Ka Khalsa and a question mark. Often when we discuss the meanings of this part, the first half of Fateh, and we say that Vaheguru Ji Ka Khalsa, meaning that the Khalsa belongs to Vaheguru. ਧਿਆਨ ਦਿਓ ਇਹਦੇ ਅੰਤਰੀਵ ਅਰਥ ਬਣਦੇ ਨੇ. There are deeper meanings to just this first half of the Fateh that you and I say almost every time we meet a Gursikh. Every time we meet a fellow Punjabi, a Sikh, we say this Fateh. It has deeper meanings. Bhai Dalla Ji, a Chaudhary, a very rich man with his own personal army, used to stay in Bathinda. Guru Gobind Singh Ji, after the fort of Chamkaur Sahib, after all the shahadat of Gursikhs and his older Sahibzade, Maharaj Ji finally goes to Takht Sri Damdama Sahib Bathinda. Satguru ਉੱਥੇ ਜਾ ਕਰਕੇ ਵਿਸਰਾਮ ਕਰਦੇ ਨੇ and ਭਾਈ ਦੱਲਾ ਜੀ ਇਹ ਉੱਥੇ ਮਹਾਰਾਜ ਜੀ ਨੂੰ ਮਿਲਦੇ ਨੇ. There is a conversation between Bhai Dalla Ji and Guru Gobind Singh Ji which is available in the Panth. If you read the writings of Professor Pooran Singh Ji, Panthak ਬਹੁਤ ਵੱਡੇ ਵਿਦਵਾਨ ਹੋਏ ਨੇ ਜਿਨ੍ਹਾਂ ਦਾ ਅਭਿਆਸੀ ਜੀਵਨ ਵੀ ਸੀ ਤੇ ਸਾਧ ਸੰਗਤ ਜੀ ਦਿਮਾਗ ਵੀ ਉਹਨਾਂ ਦਾ ਕਮਾਲ ਦਾ ਸੀ. Professor Pooran Singh Ji ਆਪਣੀ ਲਿਖਤ ਵਿੱਚ ਲਿਖਦੇ ਨੇ, they write about this conversation between Guru Gobind Singh Ji and Bhai Dalla. Many things were spoken. ਪਿਛਲੇ ਕੁਝ ਦਿਨਾਂ ਤੱਤ ਖਾਲਸਾ ਦਰਬਾਰ ਦੀਵਾਨ ਹੋਇਆ ਸੀ. ਮੈਂ ਅੱਧੀ ਕੁ ਗੱਲ ਉੱਥੇ ਕੀਤੀ ਸੀ ਤੇ ਅੱਜ ਵਿਸਾਖੀ ਦਾ ਦਿਹਾੜਾ ਆ, ਅੱਧੀ ਗੱਲ ਮੈਂ ਅੱਜ ਇੱਥੇ ਕਰਨ ਜਾ ਰਿਹਾ ਜੀ. ਵਾਹਿਗੁਰੂ ਜੀ ਕਾ ਖਾਲਸਾ. Bhai Dalla Ji asks Guru Gobind Singh Ji, this is the same Bhai Dalla, for your information, those of us that might not know who he is. He questions Guru Gobind Singh Ji, ਮਹਾਰਾਜ ਨੂੰ ਤਾਨਾ ਮਾਰਦਾ ਹੈ ਜੀ ਕਿ ਸਤਿਗੁਰੂ ਮੇਰੇ ਕੋਲ ਕਿੰਨੇ ਬੰਦੇ ਨੇ, ਜੇ ਕਿਤੇ ਤੁਸੀਂ ਮੈਨੂੰ ਯਾਦ ਕਰ ਲੈਂਦੇ ਤਾਂ ਚਮਕੌਰ ਦੇ ਜੰਗ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਨਾ ਹੁੰਦੇ. This is that Bhai Dalla. And then Maharaj Ji tests a new gun. And then he and his men, they were all too scared to come and stand in front of Guru Sahib. You might have heard this Sakhi in the past. This is not the only thing that Bhai Dalla Ji has significance in our Sikh history. This is also another part. Bhai Sahib Ji, Maharaj Ji ਨੂੰ ਸਵਾਲ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਸਤਿਗੁਰੂ ਜੀ ਮੈਨੂੰ ਦੱਸਣਾ ਕਰੋ, ਮੈਨੂੰ ਸਮਝ ਨਹੀਂ ਆਈ ਕਿ ਵਾਹਿਗੁਰੂ ਜੀ ਕਾ ਖਾਲਸਾ ਦੇ ਅਰਥ ਕੀ ਨੇ. Does that only mean that the Khalsa belongs to Vaheguru? ਸਰਲ ਜੇ ਠੇਠ ਜੇ ਦੇ ਸਿੱਧੇ ਜੇ ਅਰਥ ਬਣਦੇ ਆ ਕਿ ਖਾਲਸਾ ਵਾਹਿਗੁਰੂ ਦਾ. ਹੁਣ ਮਹਾਰਾਜ ਜੀ ਸਮਝਾਉਂਦੇ ਨੇ, ਧਿਆਨ ਨਾਲ ਸੁਣੋ. ਸਤਿਗੁਰੂ ਜੀ ਸੇਜ਼ ਨਹੀਂ ਦੱਲਿਆ, ਇਹ ਇਦਾਂ ਨਹੀਂ ਹੈ ਜਿੱਦਾਂ ਦੱਲੇ ਦੀ ਹਵੇਲੀ ਹੈ. ਵਾਹਿਗੁਰੂ ਜੀ ਕਾ ਖਾਲਸਾ ਇਦਾਂ ਨਹੀਂ ਹੈ ਜਿਵੇਂ ਦੱਲੇ ਦੀ ਖੇਤੀ. Let me translate that in English. What that means is, ਵਾਹਿਗੁਰੂ ਜੀ ਕਾ ਖਾਲਸਾ is not like saying Vaheguru owns Khalsa. That's what we assume it means on a literal meaning. But Maharaj is explaining it is not like saying Dalla's house. Ghar Bhai Dalle da hai. That house belongs to Bhai Dalla. Khet Dalle de ne. Those fields, they belong to Dalla. Bhai Sahib ji, Bhai Dalle ਨੂੰ ਮਹਾਰਾਜ ਜੀ ਸਮਝਾਉਂਦੇ ਨੇ, ਦੱਲਿਆ ਤੂੰ ਇੰਜ ਨਾ ਸਮਝੀ ਕਿ ਜਿਵੇਂ ਮੈਂ ਇਦਾਂ ਕਿਹਾ ਵੀ ਵਾਹਿਗੁਰੂ ਜੀ ਕਾ ਖਾਲਸਾ ਦੇ ਅਰਥ ਇਹ ਨੇ ਵੀ ਦੱਲੇ ਦਾ ਘਰ ਹੈ, ਦੱਲੇ ਦੀ ਹਵੇਲੀ ਹੈ, ਦੱਲੇ ਦੇ ਖੇਤ ਨੇ. that someone's belonging. A way of saying that ਮਹਾਰਾਜ ਜੀ ਨੇ ਇਦਾਂ ਕਿਹਾ. ਪਿਆਰਿਓ, ਉਸ ਵੇਲੇ ਭਾਈ ਦੱਲਾ ਜੀ ਸਵਾਲ ਕਰਦਾ ਹੈ ਕਿ ਮਹਾਰਾਜ ਜੀ ਮੈਨੂੰ ਸਮਝ ਨਹੀਂ ਆਈ, ਤੁਸੀਂ ਦੱਸਣਾ ਕਰੋ. I can't understand Satguru ji, your wisdom is infinite, can you please explain to me? ਖਾਲਸਾ ਜੀ ਉਸ ਵੇਲੇ ਸਤਿਗੁਰੂ ਸਮਝਾਉਣ ਲੱਗੇ ਕਿ ਦੱਲਿਆ ਵਾਹਿਗੁਰੂ ਜੀ ਕਾ ਖਾਲਸਾ ਇਦਾਂ ਆ ਜਿਵੇਂ ਸੂਰਜ ਅਤੇ ਸੂਰਜ ਦੀਆਂ ਕਿਰਨਾਂ ਨੇ. ਬਹੁਤ ਬਰੀਕ ਦੀ ਗੱਲ ਹੈ, ਧਿਆਨ ਨਾਲ ਸੁਣਿਓ. ਵਿਦਵਾਨਾਂ ਨੇ ਜੀ ਸੌਖੇ ਅਰਥ ਕੀਤੇ ਨੇ ਕਿ ਸਾਡੇ ਪੰਥ ਦੇ ਪੱਲੇ ਪੈ ਜਾਏ. ਜਿਸ ਫਤਿਹ ਨੂੰ ਅਸੀਂ ਰੋਜ਼ ਬੁਲਾਉਂਦੇ ਹਾਂ, ਘੱਟੋ ਘੱਟ ਇਹਦੇ ਅਰਥ ਜਾਣੀਏ ਜੀ. Maharaj ji says Vaheguru ji ka Khalsa is not like saying that is Dalla's house, that is Dalla's fields, this is a belonging that belongs to Dalla. No, Maharaj ji says saying Vaheguru ji ka Khalsa is akin to, is similar to saying that it is a sun, the huge sun there, and the rays of sun, they are inseparable. Suraj ਅਤੇ ਸੂਰਜ ਦੀਆਂ ਕਿਰਨਾਂ ਇੱਕ ਹੁੰਦੀਆਂ ਜੀ, ਇਹ ਅਲੱਗ ਨਹੀਂ ਹੁੰਦੀਆਂ ਕਦੇ. When Maharaj says this, Bhai Dalla goes even more confused. He asks Satguru, Maharaj ji ਮੈਨੂੰ ਸਮਝ ਨਹੀਂ ਆਈ, ਸੂਰਜ ਤੇ ਸੂਰਜ ਦੀਆਂ ਕਿਰਨਾਂ, what do you mean? The sun and the rays of sun, what are you trying to say? ਪਿਆਰਿਓ, ਸਤਿਗੁਰੂ ਸਮਝਾਉਣ ਲੱਗੇ. ਹੁਣ ਅਗਲੀ ਗੱਲ ਸੁਣਿਓ. ਮਹਾਰਾਜ ਕਹਿਣ ਲੱਗੇ ਤੇਰੇ ਮਰਨ ਤੋਂ ਬਾਅਦ ਤੇਰਾ ਘਰ ਜਿਹੜਾ ਆ ਇਹ ਇੱਥੇ ਰਹੇਗਾ, ਇਹਨੂੰ ਕੋਈ ਫਰਕ ਨਹੀਂ ਪੈਣ ਲੱਗਾ. When you die, Dalla, this house may belong to you
on papers, but your death does not affect the entire existence of your house. Your house does not cease to exist when you die. ਧਿਆਨ ਦਿਓ, ਤੇਰਾ ਘਰ ਤੇਰੀ ਅਣਹੋਣੀ ਤੋਂ ਬਾਅਦ ਵੀ, ਅਣਹੋਂਦ ਤੋਂ ਬਾਅਦ ਵੀ ਤੇਰਾ ਘਰ ਜਿਹੜਾ ਆ ਉਹ ਇੱਥੇ ਹੀ ਰਹੇਗਾ. Your house will still remain even when you die, and we know this. ਅਸੀਂ ਚੱਲ ਜਾਂਦੇ ਆ ਸਾਧ ਸੰਗਤ ਜੀ, ਘਰ ਗੱਡੀਆਂ ਇੱਦਾਂ ਹੀ ਰਹਿ ਜਾਂਦੀਆਂ ਜੀ. ਹੁਣ ਅੱਗੇ ਸਤਿਗੁਰੂ ਕਹਿੰਦੇ ਆ, ਤੇਰੇ ਮਰਨ ਤੋਂ ਬਾਅਦ ਤੇਰੇ ਖੇਤ ਉਹ ਵੀ ਉੱਦਾਂ ਹੀ ਰਹਿਣਗੇ. Your fields, whatever you grow on your fields, they're still going to be there. Yes, somebody needs to nurture them, you know, take care of those fields, etc. But they're just going to be there. They're not just going to immediately die when you die, Dalya. Now Maharaj explains, Satguru ਸਮਝਾਉਂਦੇ ਨੇ, ਕਹਿਣ ਲੱਗੇ, ਪਰ ਇੱਕ ਗੱਲ ਯਾਦ ਰੱਖੀ, ਸੂਰਜ ਦੀ ਕਿਤੇ ਅਣਹੋਂਦ ਹੋ ਜੇ, ਸੂਰਜ ਦੀਆਂ ਕਿਰਨਾਂ ਨਹੀਂ ਰਹਿ ਸਕਦੀਆਂ. ਆਖੋ ਸਤਨਾਮ ਸ੍ਰੀ ਵਾਹਿਗੁਰੂ. ਪਲੀਜ਼ ਇਹ ਧਿਆਨ ਨਾਲ ਸੁਣਿਓ, ਸਿਆਣੇ ਨਿਆਣੇ ਜਿਹੜੇ ਦਰਮਿਆਨ ਨੇ ਸਾਰੇ ਹੀ ਸੁਣਿਓ, ਕਿਉਂਕਿ ਫਤਿਹ ਅਸੀਂ ਸਾਰੇ ਬੁਲਾਉਂਦੇ ਆ. Maharaj ji saying, look at the difference, Dalya. You may die, but your house remains. You may die, but your possessions remain. But the sun, if the sun ceases to exist, sun, if it no longer exists, how can the rays of sun still be there? ਸੂਰਜ ਹੀ ਨਹੀਂ ਰਿਹਾ ਤੇ ਸਾਧ ਸੰਗਤ ਜੀ ਕਿਰਨਾਂ ਕਿਵੇਂ ਰਹਿਣ? ਭਾਈ ਦੱਲੇ ਨੇ ਹੱਥ ਜੋੜੇ, ਕਹਿੰਦੇ ਮਹਾਰਾਜ ਜੀ ਮਤਲਬ ਦੇਖੋ, ਭਾਵਨਾ ਗੁਰਸਿੱਖ ਦੀ ਸਮਝਾਓ ਸਤਿਗੁਰੂ. ਮਹਾਰਾਜ ਜੀ ਅੱਗੇ ਕਹਿੰਦੇ ਨੇ, ਭਾਈ ਵਾਹਿਗੁਰੂ ਜੀ ਕਾ ਖਾਲਸਾ ਮੈਂ ਇਦਾਂ ਬਣਾਇਆ ਆ ਜਿਵੇਂ ਸੂਰਜ ਅਤੇ ਸੂਰਜ ਦੀਆਂ ਕਿਰਨਾਂ ਨੇ. ਖਾਲਸਾ ਤਦ ਤੱਕ ਰਹੇਗਾ. ਇਹ ਖਾਲਸਾ ਜਿਹੜਾ ਆ ਇਹ ਸੂਰਜ ਦੀਆਂ ਕਿਰਨਾਂ ਨੇ. ਵਾਹਿਗੁਰੂ ਜਿਹੜਾ ਆ ਸਾਧ ਸੰਗਤ ਜੀ ਸੂਰਜ ਆਪ ਹੈ, ਪ੍ਰਕਾਸ਼ ਰੂਪ ਜੋਤ ਰੂਪ ਆਪ ਹੈ. ਜਾਗਤ ਜੋਤ ਜਪੈ ਨਿਸਬਾਸੁਰ. ਸਤਿਗੁਰੂ ਸਮਝਾਉਣਾ ਕਰਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਮੈਂ ਇਦਾਂ ਬਣਾਇਆ ਆ ਕਿ ਵਾਹਿਗੁਰੂ ਦੀ ਕਿਰਪਾ ਵਰਤੀ ਤੇ ਖਾਲਸਾ ਹੈ, ਪਰ ਜੇ ਕਿਤੇ ਕਿਰਪਾ ਨਹੀਂ ਰਹੀ ਤੇ ਖਾਲਸਾ ਕਦੀ ਨਹੀਂ ਰਹਿਣਾ. ਖਾਲਸਾ ਵਾਹਿਗੁਰੂ ਦੀ ਮੁਹਤਾਜਗੀ ਤੇ ਇੱਥੇ ਸੰਸਾਰ ਤੇ ਹੈ ਜੀ. ਆਖੋ ਸਤਨਾਮ. The Khalsa shall exist for as long as the Vaheguru themselves exist. Khalsa, the rays of sun, will exist as long as the source of those rays of sun, which is Vaheguru themselves, they exist. Khalsa shall exist. ਦੇਖੋ ਪਿਆਰਿਓ ਕਿੰਨੇ ਡੂੰਘੇ ਅਰਥ ਨੇ. ਸਤਿਗੁਰੂ ਸਮਝਾ ਰਹੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ is not just saying like ਮੇਰਾ ਕੜਾ, ਮੇਰਾ ਬਾਣਾ, ਮੇਰੀ ਦਸਤਾਰ, ਨਹੀਂ. ਇਹਦੇ ਅੰਤਰੀਵ ਅਰਥ ਨੇ. ਕਿਰਨ ਅਤੇ ਸੂਰਜ ਦੇ ਵਿੱਚ ਫਰਕ ਨਹੀਂ. ਖਾਲਸਾ ਅਤੇ ਵਾਹਿਗੁਰੂ ਦੇ ਵਿੱਚ ਜੇ ਅਸਲੀ ਕੋਈ ਖਾਲਸਾ ਹੋਵੇ ਜਿਹਦਾ ਅੰਦਰੋਂ ਅਭੇਦ ਹੋ ਚੁੱਕਾ ਹੈ ਸਾਧ ਸੰਗਤ ਜੀ, ਖਾਲਸੇ ਵਿੱਚ ਤੇ ਵਾਹਿਗੁਰੂ ਦੇ ਵਿੱਚ ਉਦੋਂ ਕੋਈ ਭੇਦ ਨਹੀਂ ਰਹਿੰਦਾ. ਅੱਗੇ ਚਲੀਏ. ਨਾਓ ਮਹਾਰਾਜ ਸੱਚੇ ਪਾਤਸ਼ਾਹ, look at what they describe in the next ਸਾਖੀ. ਇੱਥੇ ਸਵਾਲ ਬਹੁਤ ਪੈਦਾ ਹੁੰਦਾ ਹੈ ਕਿ ਅੰਮ੍ਰਿਤ ਛਕਣ ਦੀ ਲੋੜ ਕੀ ਹੈ. and I've answered this extensively in the last 1 week or so. ਬਹੁਤ ਸਾਖੀਆਂ ਗੁਰਬਾਣੀ ਦੀਆਂ ਪੰਕਤੀਆਂ ਆਪ ਜੀ ਦੇ ਸਨਮੁਖ ਰੱਖੀਆਂ ਤੇ ਕਈਆਂ ਗੁਰਮੁਖਾਂ ਨੇ ਸਰਵਣ ਵੀ ਕੀਤੀਆਂ ਕਿ ਬਾਹਰਲਾ ਅੰਮ੍ਰਿਤ ਅੰਦਰਲਾ ਅੰਮ੍ਰਿਤ, ਇਹਦੇ ਵਿੱਚ ਫਰਕ ਕੀ ਹੈ, ਬਾਹਰਲੇ ਅੰਮ੍ਰਿਤ ਦੀ ਜ਼ਰੂਰਤ ਕਿਉਂ ਹੈ ਜੇ ਅੰਦਰ ਅੰਮ੍ਰਿਤ ਹੈ. ਪਿਆਰਿਓ ਅਗਲੀ ਗੱਲ ਸੁਣਿਓ. ਇੱਕ ਵਾਰ a Gursikh comes to Guru Gobind Singh Maharaj, just like you and I. He had so much love for Guru Gobind Singh Ji. He followed everything Guru Sahib said. He used to do part, he used to do seva, everything that the Guru ordained, he used to do it. ਮਹਾਰਾਜ ਸੱਚੇ ਪਾਤਸ਼ਾਹ ਕੋਲ ਆਉਂਦੇ ਨੇ. ਸਤਿਗੁਰੂ ਅੱਗੇ ਅੱਜ ਇੱਕ ਸਵਾਲ ਕੀਤਾ ਕਿ ਮਹਾਰਾਜ ਜੀ ਅੰਮ੍ਰਿਤ ਛਕਣ ਦੀ ਅਸਲ ਵਿੱਚ ਲੋੜ ਹੈ ਕਿ ਅਸਲ ਵਿੱਚ ਤੇ ਤੁਹਾਡਾ ਹੁਕਮ ਮੰਨਣਾ ਇਹ ਬਹੁਤ ਹੈ. ਮੈਂ ਮੰਨਦਾ ਹਾਂ ਜੀ ਸਾਰੇ ਹੁਕਮ. I follow everything. Maharaj ji, all I have to do is follow your hukam, do your seva, do your part. I'm already doing that. Why do I need to take Amrit then? This is often what our mind asks us. I think I'm doing all right. I think I'm doing fine. I do Panj Baniya in the morning. I do Rehra Sahib, Soila Sahib at night. And then occasionally I read Sukhmani Sahib. I'm a good person. I don't harm anyone else. I give to charity. I do all the right things. Veer ji, why do I need Amrit? ਧਿਆਨ ਨਾਲ ਸੁਣਿਓ, ਅੱਜ ਗੁਰੂ ਸਾਹਿਬ ਇਹਦਾ ਜਵਾਬ ਦੇਣਗੇ ਜੀ. ਮਹਾਰਾਜ ਸੱਚੇ ਪਾਤਸ਼ਾਹ ਜੀ is asked this question
And then Maharaj Ji मुस्कुराते ने, Satguru Ji smiles. Maharaj Ji says, मैं ਇਹਦਾ ਜਵਾਬ ਜੇ ਇਦਾਂ ਸਮਝਾਇਆ ਤੇਰੇ ਮਨ ਨੇ ਮੰਨਣਾ ਨਹੀਂ, ਸਮਾਂ ਆਵੇਗਾ ਤੇਰੇ ਇਸ ਸਵਾਲ ਦਾ ਜਵਾਬ ਦੇਣਗੇ। Now Satguru Ji knows ਹੁਣ ਸਵਾਲ ਕਰਨ ਵਾਲੇ ਦੋ ਤਰ੍ਹਾਂ ਦੇ ਹੁੰਦੇ ਨੇ ਜੀ ਸਾਧ ਸੰਗਤ ਜੀ। There are two types of people who ask questions. One of them are those that genuinely want to know for the sake of their internal improvement. They genuinely want to improve and they ask you, and often these type of people, you can see it in their tone, in the way they ask, in their eyes, you see so much of sincerity that you know someone is genuinely asking you because they want to know. I've met many such great souls. ਪਰ ਪਿਆਰਿਓ ਇੱਕ ਉਹ ਵੀ ਹੁੰਦੇ ਆ ਜਿਹੜੇ ਲੜਾਈ ਕਰਨ ਆਉਂਦੇ ਆ, ਪੁੱਛਦੇ ਆ ਲੜਨ ਨੂੰ, ਪੁੱਛਦੇ ਆ ਵੀ ਦੇਖੀਏ ਇਹ ਡਾਕਟਰ ਬਣਿਆ ਫਿਰਦਾ ਪ੍ਰਚਾਰਕ, ਇਹਦੇ ਕੋਲ ਕਿੰਨਾ ਕੁ ਗਿਆਨ ਹੈ, ਕਿੰਨਾ ਕੁ ਇਹ ਜਾਣਦਾ ਸਿੱਖੀ ਬਾਰੇ, ਇਹ ਕਿੰਨਾ ਕੁ ਪੜ੍ਹਿਆ ਜੀ ਗੁਰਮਤ ਬਾਰੇ, ਇਹਨੂੰ ਪੁੱਛ ਕੇ ਦੇਖੀਏ ਇਹਦੀ ਮੱਤ ਕਿੱਥੇ ਕੁ ਖੜੀ ਆ, ਇਹਦੀ ਅਵਸਥਾ ਕਿੱਥੇ ਕੁ ਆ, ਇਹਦੀ ਕਮਾਈ ਨਾਮ ਦੀ ਇਹ ਕਿੱਥੇ ਕੁ ਖਲੋਤਾ ਆ ਆਪਣੇ ਜੀਵਨ ਪੱਧਰ ਦੇ ਵਿੱਚ। ਤੇ ਕਈ ਇਹੋ ਜਿਹੇ ਸਵਾਲ ਕਰਨ ਵਾਲੇ ਹੁੰਦੇ ਨੇ। ਹੁਣ ਮਹਾਰਾਜ ਜੀ ਦੇਖੋ, Satguru knows every single thing. Maharaj Ji says, look, if I answer you verbally, your mind might not accept it. So give me time, I will answer your question. Pyareo, kuch sama batit hoya, some time passes. You know what happens? Us Gursikh de ghar ek puttar si naujawan, wo chadai kar janda hai. He had a son, a very young guy in his budding youth. That guy passes away. Obviously Sangat, they gather at their house. Maharaj Jiyan tak khabar pahunchi कि Satguru तुहाडा सेवक सेवादार आ, ਇਹਦੇ ਘਰ ਬੱਚੇ ਦੀ ਚੜ੍ਹਾਈ ਹੋ ਗਈ, ਇਹਦਾ ਲੜਕਾ ਮਰ ਗਿਆ। Now ਮਹਾਰਾਜ ਸੱਚੇ ਪਾਤਸ਼ਾਹ ਆਪ ਆਉਂਦੇ ਨੇ ਇਸ ਗੁਰਸਿੱਖ ਦੇ ਘਰ। ਆਖੋ ਸਤਨਾਮ। ਦੇਖੋ ਭਾਈ, ਗੁਰੂ ਨੇ ਸਮਝਾਉਣਾ ਹੋਵੇ ਨਾ, ਗੁਰੂ ਤਖਤ ਛੱਡ ਕਰਕੇ ਤੇ ਸਾਡੇ ਘਰਾਂ ਵਿੱਚ ਆਉਂਦਾ ਹੈ ਜੀ। ਗੁਰੂ ਨੇ ਰੱਖਿਆ ਕਰਨੀ ਹੋਵੇ ਤੇ ਭਾਈ ਜੋਗੀਆਂ ਨੂੰ ਬਚਾਉਣ ਲਈ ਗੁਰੂ ਕੋਠਿਆਂ ਦੀਆਂ ਸੀੜੀਆਂ ਤੇ ਵੀ ਖੜ ਕੇ ਤੇ ਸਿੱਖਾਂ ਨੂੰ ਬਚਾਉਂਦਾ ਆ। ਜੇ ਗੁਰੂ ਚਾਵੇ, ਗੁਰੂ ਕਿਸ ਹੱਦ ਤੱਕ ਨਹੀਂ ਜਾਂਦਾ ਜੀ। If the Guru wants to save us, he doesn't stop himself. He even stands on the staircase leading to a prostitute's room, just like the Sakhi of Bhai Joga ji. ਪਿਆਰਿਓ, ਗੁਰਸਿੱਖ ਦੇ ਘਰ ਵਿੱਚ ਜਾਂਦੇ ਨੇ ਮਹਾਰਾਜ। He goes to the house of that Gursikh. Satguru Ji calls that Singh. Maharaj Ji ne us Singh nu sadya ਕੋਲ, ਬੁਲਾ ਕਰਕੇ ਸਤਿਗੁਰੂ ਕਹਿੰਦੇ ਨੇ, ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਸਿੱਖ ਨੇ ਫਤਿਹ ਬੁਲਾਈ। ਸਤਿਗੁਰੂ ਅੱਗੇ ਖਲੋਤੇ ਰਹੇ, ਮਹਾਰਾਜ ਜੀ ਸਟੈਂਡਿੰਗ, ਤੇ ਮਹਾਰਾਜ ਜੀ ਨੂੰ ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ, ਮੇਰਾ ਲੜਕਾ ਚੜ੍ਹਾਈ ਕਰ ਗਿਆ, my son has passed away. ਹੁਣ ਦੇਖੋ ਸਤਿਗੁਰੂ ਜੀ ਦਾ ਜਵਾਬ। The problem is we are so educated that this mind thinks it knows everything. Sahib Sangat Ji, listen to such stories, because your enemy is not anyone else but your own mind. No one else is your enemy, it's just your own mind. My biggest enemy is my mind, your biggest enemy is your mind. It's really pointless to fight with one another because the inner enemy is inside. The sooner we realize this, the sooner we can save, conserve energy fighting outside, because the bigger enemy needs all the energy to deal with, to be dealt with inside. Pyareo, Maharaj puchhne lage. He says, Maharaj kripa karo, my son has died. Now look at what Maharaj Ji says. Maharaj says, Sikha, ਇਹ ਤਾਂ ਮਰਿਆ ਨਹੀਂ, he's not dead. ਇਹ ਤਾਂ ਮਰਿਆ ਨਹੀਂ। Maharaj says these words, and that Gursikh looks at Guru Gobind Singh Ji. He says, Satguru, what are you trying to say? Maharaj ਕਹਿਣ ਲੱਗੇ, ਇਹਦੇ ਮੂੰਹ ਦੇ ਉੱਤੇ ਜਿਹੜੀ ਚਾਦਰ ਦਿੱਤੀ ਆ, ਇਹਨੂੰ ਪਿੱਛੇ ਕਰੋ, ਪਛਾਣ ਕਰੋ। Remove that piece of cloth. You know, when someone passes away, we close them up. Maharaj Ji ਕਹਿਣ ਲੱਗੇ, ਇਹਦੀ ਚਾਦਰ ਮੂੰਹ ਦੇ ਹੇਠਾਂ ਉਤਾਰੋ। Remove this piece of cloth covering his face. ਤੇ ਉਹ ਗੁਰਸਿੱਖ ਨੇ ਸਾਧ ਸੰਗਤ ਜੀ ਚਿਹਰੇ ਦੇ ਦਰਸ਼ਨ ਕਰਾਏ। ਸਤਿਗੁਰੂ ਕਹਿਣ ਲੱਗੇ, ਦੱਸ ਸਿੱਖਾ, ਤੂੰ ਕਹਿੰਦਾ ਆ ਇਹ ਮਰ ਗਿਆ ਆ, ਕਿੱਥੋਂ ਮਰਿਆ? ਅੱਖਾਂ ਉਹਦੇ ਤੇ ਉੱਥੇ ਦੀਆਂ ਉੱਥੇ ਨੇ, ਇਹਦੇ ਦੰਦ ਹਾਲੇ ਵੀ ਅੰਦਰ ਨੇ, ਇਹਦੇ ਹੱਥ ਵੀ ਉੱਥੇ ਨੇ, ਸਰੀਰ ਵੀ ਉੱਥੇ ਹੈ, ਚਿਹਰਾ ਵੀ ਇਹਦਾ ਹਾਲੇ ਵੀ ਉਹ ਜਿਹਾ ਹੈ। ਸਾਧ ਸੰਗਤ ਜੀ, ਸਤਿਗੁਰੂ ਸਵਾਲ ਕਰਦੇ ਨੇ, ਤੂੰ ਕਹਿੰਦਾ ਆ ਕਿ ਇਹ ਮਰ ਗਿਆ, ਇਹਦੀਆਂ ਅੱਖਾਂ, ਦੰਦ, ਕੰਨ, ਨੱਕ, ਮੂੰਹ, ਹੱਥ ਸਾਰਾ ਕੁਝ ਉੱਦਾਂ ਦਾ ਉੱਦਾਂ ਆ, ਇਹਦੀ ਮੌਤ ਹੋ ਗਈ ਆ, ਕਿਉਂ ਤੂੰ ਕਹਿੰਦਾ ਇਹ ਮਰਿਆ? ਇਹ ਤਾਂ ਮਰਿਆ ਹੀ ਨਹੀਂ। Why do you say he's dead? ਜਿੱਦਾਂ ਦਾ ਪਹਿਲਾਂ ਸੀ ਮੌਤ ਤੋਂ ਪਹਿਲਾਂ, ਹੁਣ ਵੀ ਉੱਦਾਂ ਦਾ ਹੀ ਆ, ਦੰਦ ਲੱਗੇ, ਅੱਖਾਂ ਲੱਗੀਆਂ, ਕੰਨ ਲੱਗੇ, everything is the same. Why do you say he's died? ਪਿਆਰਿਓ, now
when Maharaj asks this question, Gursikh हैरान होया. Why is Satguru asking me such a, weird question? जवाब पता की आया, महाराज जी ਤੁਸੀਂ ਕਹਿੰਦੇ ਆ ਕਿ ਅੱਖਾਂ ਨੱਕ ਕੰਨ ਸਭ ਕੁਝ ਹੈਗਾ. ਹਾਂ ਮੈਂ ਮੰਨਦਾ ਆ ਇਹ ਸਭ ਕੁਝ ਹੈਗਾ ਆ ਸਤਿਗੁਰੂ, ਪਰ ਇਹਦੇ ਅੰਦਰ ਸਵਾਸ ਨਹੀਂ ਚੱਲ ਰਹੇ, ਸਵਾਸ ਖਤਮ ਆ, ਇਹ ਤਾਂ ਮਰ ਚੁੱਕਾ ਹੈ. ਸਤਿਗੁਰੂ ਆਖੋ ਸਤਨਾਮ. ਸੱਚ ਹੈ ਨਾ, ਸਰੀਰ ਉੱਦਾਂ ਦਾ ਉੱਦਾਂ ਰਹਿੰਦਾ. the body stays as it is, but then when your breath stop, clinically you're pronounced as dead. ਗੁਰੂ ਖਾਲਸਾ ਜੀ ਜਦੋਂ ਗੁਰਸਿੱਖ ਨੇ ਆਪ ਸਵਾਲ ਕੀਤਾ, ਜਵਾਬ ਦਿੰਦੇ ਨੇ, ਕਹਿਣ ਲੱਗੇ ਸਤਿਗੁਰੂ ਸਰੀਰ ਇਹਦਾ ਫਾਇਦਾ ਕੀ ਜੇ ਅੰਦਰ ਸਾਹ ਨਹੀਂ ਤੇ ਇਹ ਤਾਂ ਮੌਤ ਮਰਿਆ ਹੋਇਆ ਹੈ. What's the purpose of the body if there's no breath running inside? It's dead, isn't it? ਗੁਰੂ ਖਾਲਸਾ ਜੀ ਸਤਿਗੁਰੂ ਜੀ smiles. ਮਹਾਰਾਜ ਜੀ ਕਹਿਣ ਲੱਗੇ ਸਿੱਖਾ, you asked me what is the purpose or the point of having a body when there are no breaths inside. Now Maharaj ji answers. ਸਤਿਗੁਰੂ ਜੀ ਦੇਖੋ ਤਰੀਕੇ ਦੇ ਨਾਲ ਜਵਾਬ ਦਿੰਦੇ ਨੇ, ਕਹਿਣ ਲੱਗੇ ਮੇਰੇ ਲਈ ਤੂੰ ਸਵਾਲ ਕੀਤਾ ਆ ਕਿ ਜੇ ਸਰੀਰ ਦੇ ਵਿੱਚ ਸਵਾਸ ਨਹੀਂ ਤਾਂ ਨੱਕ ਕੰਨ ਅੱਖ ਲੱਗੇ ਦਾ ਕੀ ਫਾਇਦਾ? ਸਰੀਰ ਦੇ ਅੰਦਰ ਸਵਾਸ ਨਹੀਂ, ਮਰਿਆ ਆ. ਹੁਣ ਸਤਿਗੁਰੂ ਅੱਗੋਂ ਜਵਾਬ ਦਿੰਦੇ ਨੇ, ਭਾਈ ਸਿੱਖਾ ਜਿਵੇਂ ਸਰੀਰ ਦੀ ਕੋਈ ਕੀਮਤ ਨਹੀਂ ਜੇ ਇਹਦੇ ਅੰਦਰ ਸਵਾਸ ਨਹੀਂ, ਮੇਰੇ ਲਈ ਸਿੱਖ ਦੀ ਕੀਮਤ ਨਹੀਂ ਜੇ ਇਹਦੇ ਅੰਦਰ ਅੰਮ੍ਰਿਤ ਦੀਆਂ ਬੂੰਦਾਂ ਪ੍ਰਵੇਸ਼ ਨਾ ਕਰਨ. Look at what a huge thing Guru Gobind Singh Ji has said. ਜੇ ਇਤਿਹਾਸ ਨਾ ਪੜਿਆ ਤੇ ਇਹ ਚੀਜ਼ ਦੀ ਸਾਂਝ ਕਿਵੇਂ ਪਵੇ? Maharaj Ji just said in Punjabi, listen to this my younger brothers and sisters. ਮੈਂ ਤੁਹਾਨੂੰ ਸੁਣਾ ਕੇ ਕਹਿ ਨਹੀਂ ਰਿਹਾ, ਜੋ ਹੈ ਸੋ ਹੈ, ਇਹਨੂੰ ਅਪਣਾਈਏ ਜੀ ਪਿਆਰਿਓ. Satguru Ji says in English, ਮੈਂ ਦੋ ਇਹਦੇ ਮਿੰਟ ਅਰਥ ਕਰਦੇ ਆ. Maharaj says you question what is the purpose of the body if there's no breath inside. Similarly for me Sikha, a Sikh who doesn't have Amrit in their life, that Sikh has no life. That Sikh is as good as dead to me. Maharaj Ji de agge ਉਹ Sikh ਝੁਕਿਆ. He holds the feet of Guru Gobind Singh Ji. He starts crying. He says, Maharaj, now I have understood the importance of Amrit. Satguru ਕਹਿੰਦੇ ਨੇ ਸਮਝਾ ਮੈਨੂੰ, tell me what have you understood? ਤੇ ਮਹਾਰਾਜ ਜੀ ਦੇ ਅੱਗੇ ਗੁਰਸਿੱਖ ਦਾ ਜਵਾਬ ਆਇਆ, ਮਹਾਰਾਜ ਮੈਨੂੰ ਇਹ ਚੀਜ਼ ਦੀ ਸਮਝ ਲੱਗ ਗਈ ਕਿ ਅੰਮ੍ਰਿਤ ਤੁਹਾਡੇ ਲਈ ਇੰਨੀ ਜ਼ਰੂਰੀ ਚੀਜ਼ ਹੈ ਜਿੰਨਾ ਸਰੀਰ ਲਈ ਸਵਾਸ ਜ਼ਰੂਰੀ ਨੇ. ਆਖੋ ਸਤਨਾਮ. ਅੰਮ੍ਰਿਤ is as important to Guru as breaths are important to the body. ਸਵਾਸ ਨਹੀਂ ਤੇ ਜੀਵਨ ਨਹੀਂ, ਅੰਮ੍ਰਿਤ ਨਹੀਂ ਤੇ ਬੋਲੋ ਸਾਰੇ, ਅੰਮ੍ਰਿਤ ਨਹੀਂ ਤੇ ਜੀਵਨ ਹੈ. ਜੀਵਨ ਬੋਲੋ ਭਾਈ. ਵਿਸਾਖੀ ਮਨਾਉਣ ਆਏ ਆ, ਥੱਲੇ ਤੇ ਸੀ ਮੈਂ ਆ ਰਿਹਾ ਸੀ ਤੇ ਹੈਪੀ ਵਿਸਾਖੀ ਜੀ, ਹੈਪੀ, ਸਾਰੇ ਆਲੇ ਦੁਆਲੇ ਐਨ ਕੀਰਤਨ ਚੱਲ ਰਿਹਾ ਜੀ ਹੈਪੀ ਵਿਸਾਖੀ ਦਾ. ਇੱਥੇ ਜਦੋਂ ਕੀਰਤਨ ਕੀਤਾ ਤੇ ਤੁਹਾਡੀਆਂ ਆਵਾਜ਼ਾਂ ਨਹੀਂ ਨਿਕਲਦੀਆਂ. ਬੋਲੋ ਭਾਈ ਹੈਪੀ ਵਿਸਾਖੀ ਤੇ ਚਲੋ ਉਹਦਾ ਕੋਈ ਫਾਇਦਾ ਹੈ ਨਹੀਂ ਬਹੁਤਾ, ਬਾਣੀ ਪੜਾਂਗੇ ਤਾਂ ਮੈਲ ਲੱਥੇਗੀ ਜੀ. ਆਖੋ ਸਤਨਾਮ. ਸਵਾਸ ਨਹੀਂ ਤੇ ਜੀਵਨ ਨਹੀਂ, ਅੰਮ੍ਰਿਤ ਨਹੀਂ ਤੇ ਗੁਰਸਿੱਖ ਦਾ ਜੀਵਨ. ਇਹਨੂੰ ਅਪਣਾਈਏ ਜੀ. We can run all we want, but this is the reality that stares at us every Vaisakhi when we come here. This is what you're going to hear every year. This is what you're going to hear at every Gurpurab, at every Vaisakhi, at every event. If there's someone like me, I love talking about Amrit, because for me, if we're going to talk about something, let's talk about the core, most important thing in Sikhi, and that's Amrit. Amrit nahi te jeevan nahi ji. ਜੇ ਅੰਮ੍ਰਿਤ ਬਾਰੇ ਗੱਲ ਨਾ ਕੀਤੀ ਸਾਧ ਸੰਗਤ ਜੀ ਤੇ ਵਿਚਾਰੀ ਸੰਗਤ, ਇਹਨਾਂ ਨੂੰ ਕੌਣ ਦੱਸੇ ਕਿ ਅੰਮ੍ਰਿਤ ਜ਼ਰੂਰੀ ਹੈ? ਆਖੋ ਸਤਨਾਮ. You know, the sangat is very innocent. I always say this in Katha. Anyone that sits here and preaches, sometimes the sangat gets persuaded and they start following them, even though they may be wrong, not really correct in the sense of Gurmat. ਪਰ ਜੇ ਕਿਤੇ ਸੰਗਤ ਨੂੰ ਪਿਆਰ ਵਾਲਾ ਕੋਈ ਪਿਆਰ ਦੇ ਨਾਲ ਦੱਸੇ ਸਾਧ ਸੰਗਤ ਜੀ, ਤੇ ਉਹੀ ਸੰਗਤ ਕਦਮ ਚੱਕ ਚੱਕ ਕਰਕੇ ਗੁਰੂ ਦੇ ਨੇੜੇ ਆਉਂਦੀ ਹੈ ਜੀ. ਅੱਗੇ ਚੱਲੀਏ. Now moving forward, ਸਾਧ ਸੰਗਤ ਜੀ, the missing piece in our life is ਰਹਿਤ. ਰਹਿਤ ਬਿਨਾ ਨਹਿ ਸਿੰਘ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ. You know, it's funny,
Guru Granth Sahib Maharaj gives definition of a Sikh as well. ਦੋ ਇੱਥੇ ਮਹਾਰਾਜ ਜੀ ਦੇ ਡੈਫੀਨੇਸ਼ਨ ਮੈਂ ਤੁਹਾਡੇ ਅੱਗੇ ਰੱਖਾਂ. If we ask Guru Granth Sahib Maharaj, what is the definition of a Sikh? Satguru ji says, ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ. The first definition of a Sikh, Guru Ramdas Maharaj ji gives, my Guru Sikh is that person who wakes up in Amrit Vela. That's the first definition. And then Guru Amar Das ji gives a definition of Sikh. Read Guru Granth Sahib ji and you'll get these answers. ਸੋ ਸਿੱਖ ਸਖਾ ਬੰਦਪ ਹੈ ਭਾਈ ਜੋ ਗੁਰ ਕੈ ਭਾਣੇ ਵਿੱਚ ਆਵੇ. ਗੁਰੂ ਅਮਰਦਾਸ ਜੀ ਸੇਸ, ਉਹ ਮੇਰਾ ਸਿੱਖ ਆ ਜਿਹੜਾ ਗੁਰੂ ਦੇ ਭਾਣੇ ਦੇ ਵਿੱਚ, ਗੁਰੂ ਦੇ ਹੁਕਮ ਦੇ ਵਿੱਚ ਜੀਵਨ ਬਤੀਤ ਕਰਦਾ ਆ, ਐਸਾ ਸਿੱਖ ਮੈਨੂੰ ਪਿਆਰਾ ਆ. And you know what's the next thing Guru Amardas ji says? I did this katha, I spoke about this in Petaling Gurdwara. ਮੈਂ ਕਹਿੰਦਾ ਸੀ ਕਿ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਆ, often I see in social media, when we take selfies, we often put a hashtag there, my life, my rules. Don't we do that? My life, my rules. ਹਾਸੇ ਦੀ ਗੱਲ ਹੈ. ਚਲੋ ਅੰਮ੍ਰਿਤ ਬਾਰੇ ਬੋਲ ਬੋਲ ਕੇ ਸਾਰਿਆਂ ਦੇ ਮੱਥੇ ਤੇ ਵਾਟਾ ਆ ਗਏ, ਭਾਈ ਸਾਹਿਬ ਜੀ ਅੰਮ੍ਰਿਤ ਕਰ ਰਹੇ. ਚਲੋ ਥੋੜਾ ਮੈਂ ਆਹ ਗੱਲ ਵੀ ਕਰਦੇ. You know, it's funny, we say that my life, my rules. You know what Guru Amardas ji says in the same shabd? So Sikh sakha bandap hai bhai, jo gur ke bhane vich aave. Satguru, I'm sorry, I can't show the pankti here because the slides are going on, but kanna naal sun lo. So Sikh, that person is a Sikh. Bandap, ਉਹ ਮੇਰਾ ਭਰਾ ਆ, ਮੇਰਾ ਮਿੱਤਰ ਆ, ਮੇਰਾ ਰਿਸ਼ਤੇਦਾਰ ਆ, ਜੋ ਗੁਰ ਕੇ ਭਾਣੇ ਵਿੱਚ ਆਵੇ, ਜਿਹੜਾ ਗੁਰੂ ਦੇ ਆਖੇ ਲੱਗਦਾ ਆ, ਉਹ ਸਿੱਖ ਹੈ. Maharaj is saying that person that listens to me is a Sikh. And you know what's the next pankti? ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ. Same thing Guru Amardas ji says, Guru Gobind Singh ji says in this ਰਹਿਤਨਾਮਾ. ਇਹ ਪੰਕਤੀਆਂ ਰਹਿਤਨਾਮੇ ਦੀਆਂ ਨੇ. ਅੱਜ ਸਿੱਖ ਕਹਿੰਦਾ ਆ ਰਹਿਤਨਾਮਾ ਇਹ ਪੜ੍ਹਨ ਦੀ ਲੋੜ ਨਹੀਂ ਜੀ, ਇਹ ਗੁਰਬਾਣੀ ਤੋਂ, this is deviated from Gurmat. Really? Is Guru Amardas ji saying the same thing? So Sikh sakha bandab hai bhai. Apne bhane, you know what apne bhane means? If you follow your own mind, if you follow my life, my rules, hashtag YOLO, hashtag every other thing that we can come up with. ਆਪਣੇ ਭਾਣੇ ਜੋ ਚੱਲੇ ਭਾਈ, ਜਿਹੜਾ ਆਪਣੇ ਮਨ ਦੇ ਆਖੇ ਲੱਗ ਕਹਿੰਦਾ ਆ ਗੁਰੂ ਗਲਤ ਆ, ਪ੍ਰਚਾਰਕ ਗਲਤ ਆ, ਗਿਆਨੀ ਸਿੰਘ ਗਲਤ ਆ, ਰਾਗੀ ਗਲਤ ਆ, ਮਹਾਂਪੁਰਖ ਗਲਤ ਆ, ਬਸ ਮੈਂ ਕੱਲਾ ਆ ਸੰਸਾਰ ਤੇ ਠੀਕ. ਆਖੋ ਸਤਨਾਮ, ਮੈਥੋਂ ਵੱਡਾ ਸਿਆਣਾ ਹੈ ਨਹੀਂ. ਪਿਆਰਿਓ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ. You know, two things happens. If we follow this my life, my rules, two things happen. The first is vichad. Vichad means we get separated from the Guru. And the second thing is chota. We all know Hindi, Urdu. Chot de arth bande ne jadon enu maar pendi hai, maar. We get beaten up. Pyareo, look at what Guru Gobind Singh ji says in Rehatnama. It is similar to what Guru Amardas ji says in Guru Granth Sahib ji. Rehat bina neh Singh. You cannot call yourself a Singh if you have no rahat. Don't get offended, ji. This is Guruji's bachan. I'm not here to offend anyone, ji. I'm here very excited for Vaisakhi, just like you, wondering what's for langar later. I'm just like you. I've been speaking every day since the 6th of April. We're all very tired. Trust me, main to kirtan bhi masa ho raha, gala thakya hoya, sharir thakya. Chalo, Maharaj kripa karke aap kara rahe ne. Par ek gal sach hai, Satguru keh rahe ne, rahat bina nahi Singh. You cannot call yourself a Singh if you don't have rahat. Rahat bina dar chota khave. What happens is, without rahat, you get punishment. Akho Satnam. No one wants to get punished, do we? This is not to scare us, Sanghaji, this is to protect us. Rahni rahe soi Sikh mera. ਇੱਥੇ ਆਉਂਦਾ ਆ ਵਹਿ ਠਾਕੁਰ ਮੈਂ ਉਸਕਾ ਚਿਹਰਾ. ਦੋ ਆਉਂਦੇ ਨੇ ਇਹਦੇ ਦੇ, two versions of this. ਉਹ ਸਾਹਿਬ ਮੈਂ ਉਸਕਾ ਚਿਹਰਾ, ਉਹ ਠਾਕੁਰ ਵਹਿ ਠਾਕੁਰ ਮੈਂ ਉਸਕਾ. ਦੋਵੇਂ ਬਾਣੀ 'ਚ ਆਉਂਦੇ ਨੇ, ਰਹਿਤਨਾਮਿਆਂ 'ਚ ਆਉਂਦੇ ਨੇ. ਇੱਥੇ ਤਰਕ ਨਾ ਕਰਿਓ. ਸਤਿਗੁਰੂ ਕਹਿ ਰਹੇ ਨੇ, if my Sikh remains committed to the rahat, know that he is the master and I am actually his disciple. ਅੱਗੇ ਚਲੀਏ ਪਿਆਰਿਓ. The biggest question that becomes a dilemma for every religion, Christians, Muslims, Hindus, is everyone wants to propagate their religion. Propagate means to spread. ਸਾਰੇ ਧਰਮ ਇਹ ਚਾਹੁੰਦੇ ਨੇ ਕਿ ਸਾਡੇ ਧਰਮ ਵਿੱਚ ਸਾਰੇ ਆਣ ਕੇ ਜੁੜਨ. ਹਾਂਜੀ,
You have missionary, preachers and Christian in Islam, in every religion. The aim is simple, to preach what the religion says so that more people come into the folds of their religion. Now let us ask in Sikhi, how do we do that? How do we attract people? Pyareo, speaking about Gursikhi is one of actually the lowest forms of doing prachar. Do you know this? ਪ੍ਰਚਾਰ ਜੇ ਕਰਨਾ ਹੋਵੇ ਤਾਂ ਰਹਿਤਨਾਮਿਆਂ ਵਿੱਚ ਸਤਿਗੁਰੂ ਕਹਿੰਦੇ ਨੇ ਰਹਿਤਵਾਨ ਜਗ ਸਿੰਘ ਜੇ ਕੋਈ ਗੁਰ ਕੇ ਲੋਕ ਬਸੈਂਗੇ ਤੇਈ. Look at what Maharaj Ji says. Satguru Ji says you don't have to keep talking and preaching to people about Sikhi, because that only does as much. ਹੁਣ ਬੋਲਣ ਨਾਲ ਕਿੰਨਾ ਕੁ ਬੰਦਾ ਬੋਲੇ ਜੀ? ਮੈਂ ਤਾਂ ਥੱਕਿਆ ਹੋ ਗਿਆ ਸਾਧ ਸੰਗਤ ਜੀ, ਮੇਰੇ ਹੱਥ ਖੜੇ ਨੇ. ਕਿੰਨਾ ਕੁ ਬੰਦਾ ਬੋਲੇ ਜੀ? ਕਿੰਨਾ ਕੁਝ ਆ ਬੋਲਣ ਲਈ, ਕਿੰਨਾ, there's so many things to talk about. ਪਿਆਰਿਓ, ਮਹਾਰਾਜ ਜੀ ਕਹਿੰਦੇ ਨੇ if there's one way to propagate Sikhi, to attract others to Sikhi, you don't need to talk, you need to walk the talk. ਗੱਲਾਂ ਕਰਨ ਦੇ ਨਾਲ ਕੁਝ ਕੋ ਲੋਕ ਪ੍ਰਭਾਵਿਤ ਹੋਣਗੇ, ਪਰ ਜੇ ਕਿਤੇ ਤੇਰੇ ਜੀਵਨ ਵਿੱਚ ਗੁਰੂ ਦੀ ਰਹਿਤ ਆ ਜਾਵੇ ਸਾਧ ਸੰਗਤ ਜੀ, ਫਿਰ ਤੈਨੂੰ ਦੇਖਦਿਆਂ ਸਾਰੇ ਲੋਕਾਂ ਦੇ ਮਨ 'ਚ ਚਾਹ ਪੈਂਦਾ, ਉਹ ਦੇਖ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਜਾਂਦਾ ਹੈ. ਬੋਲੇ ਸੋਨਿਹਾ. ਪਿਆਰਿਓ, let us reach the end of the presentation. Maharaj is saying, look at the picture. Satguru ਕਹਿੰਦੇ ਨੇ ਮੇਰੇ 4 ਪੁੱਤਰ ਨਹੀਂ, ਮੇਰੇ 5 ਪੁੱਤਰ ਨਹੀਂ. Those of you that often hear my katha, I often say this during katha. ਜਿਹੜੇ ਪ੍ਰੇਮੀ ਆਮ ਕਥਾ ਸੁਣਦੇ ਨੇ ਨਾ, ਮੈਂ ਹਮੇਸ਼ਾ ਇਹ ਗੱਲ ਕਹਿੰਦਾ, ਅੱਜ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਦੇ 5ਵੇਂ ਪੁੱਤਰ ਦਾ ਜਨਮ ਦਿਹਾੜਾ ਆ ਜੀ. Today is the birthday of Guru Gobind Singh Ji's 5th son. 4 ਪੁੱਤਰ ਨਹੀਂ. ਇਹਦਾ ਸਬੂਤ ਕੀ ਹੈ? ਵੀਰ ਜੀ ਤੁਸੀਂ ਵੱਡੀ ਗੱਲ ਕਿੱਦਾਂ ਕਹਿਤੀ? Don't just make up stories on the stage. ਨਹੀਂ ਪਿਆਰਿਓ, ਸ਼੍ਰੀ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ ਪ੍ਰੀਏ. Maharaj Ji says, I have 4 sons who are very dear to me. ਦੇਖੋ ਨਾਮ ਲਿਖੇ ਨੇ ਚਾਰਿਆਂ ਦੇ. ਸਤਿਗੁਰੂ ਕਹਿੰਦੇ ਨੇ ਇਹ ਚਾਰੇ, ਇਹ ਮੇਰੇ ਜਿਗਰ ਦੇ ਟੁਕੜੇ ਨੇ, ਇਹ ਮੇਰੇ ਲਖਤੇ ਜਿਗਰ ਨੇ, ਮੇਰਾ ਇਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਹੈ. ਪਰ ਸਤਿਗੁਰੂ ਕਹਿੰਦੇ ਨੇ ਇੱਕ ਇਹ ਵੀ ਸੱਚ ਹੈ ਸੰਸਾਰ ਵਾਲਿਓ, ਮੇਰੇ 4 ਪੁੱਤਰ ਨਹੀਂ, ਮੇਰੇ 5 ਪੁੱਤਰ ਨੇ. ਤੇ ਹੁਣ ਸਤਿਗੁਰੂ 5ਵੇਂ ਪੁੱਤਰ ਦਾ ਜ਼ਿਕਰ ਕਰਦੇ ਨੇ, ਪੰਚਮ ਖਾਲਸਾ ਹੈ ਸਤਿਗੁਰੂ ਪੂਰਾ, ਜਿਨ੍ਹਾਂ ਪੰਥ ਸੋ ਪੰਥ ਪ੍ਰਗਟੇ. ਸਤਿਗੁਰੂ ਸੇ ਪੰਚਮ means the 5th. 4 ਉਹਨਾਂ ਦੇ ਨਾਮ ਦਿੱਤੇ. Now Maharaj Ji, look at the English translation. It clearly says that the 5th son, my 5th son is the Khalsa. My 5th son, it is the Khalsa who has been here for very long. And Maharaj Ji says, if you desire to be my son and my daughter, you can't just do lip service, you have to be a Khalsa. Really, Sahib Sangat Ji, I don't know how else to put this to you. We cannot say ਮੇਰਾ ਨਾਮ ਜੀ ਰਸਵਿੰਦਰ ਸਿੰਘ ਖਾਲਸਾ, ਪਰ ਨਾ ਦਾੜੀ, ਨਾ ਕੇਸ, ਨਾ ਅੰਮ੍ਰਿਤ ਵੇਲਾ, ਨਾ ਨਿਤਨੇਮ, ਨਾ ਰਹਿਤ, ਖਾਲਸਾ ਨਹੀਂ ਹੋ ਸਕਦੇ. ਖਾਲਸਾ ਅਵਸਥਾ ਦਾ ਨਾਮ ਹੈ. ਖਾਲਸਾ ਉੱਚੀ ਪਦਵੀ ਹੈ. Khalsa is not someone that carries big swords and wears bana, wears huge turbans, wears all types of decorations. That's not a Khalsa. There are many deeper meanings to Khalsa which I've done the katha in the last few days. ਖਾਲਸੇ ਦੇ ਅਰਥ ਕੀ ਨੇ ਪਿਆਰਿਓ? ਖਾਲਸਾ ਬਾਹਰ ਦਾ ਰੂਪ ਲਿਬਾਸ ਨਹੀਂ, ਇਹ ਇੱਕ ਪੱਖ ਹੈ. This is just one attribute of the Khalsa. If you desire to be called the son and daughters of Guru Gobind Singh Ji, you have to be a Khalsa. ਆਖਰੀ ਗੱਲ ਦੇਖੋ ਪਿਆਰਿਓ, Guru Gobind Singh Maharaj Ji, I'm about to share with you words of Allah Yar Khan Jogi. Allah Yar Khan Yogi was a Muslim guy who wrote so much praises about Guru Gobind Singh Ji that he was excommunicated from the Islam community. Read about him, Google him up and read. Every year when we discuss Po, many words of Allah Yar Khan Yogi are quoted. इन्हें महाराज जी दे प्रेम विच भेज के प्यारे प्यारे शब्द लिखे. साध संगत जी 15-20 साल इनू मस्जिद विच जाण तो मुनकर किया गया, इनू मस्जिद च जाण दिता नहीं. He was not allowed to go to mosques. फ्राइडे के ਜਿਹੜੇ ਪ੍ਰੇਅਰਸ ਹੁੰਦੇ ਆ ਮਰਦਾਂ ਲਈ, ਮੁਸਲਮਾਨਾਂ ਲਈ, ਉਹਨਾਂ ਨੂੰ ਉੱਥੇ ਜਾਣਾ ਜ਼ਰੂਰੀ ਹੈ, ਸੁਨਨਤ ਹੈ.
पर साध संगत जी इनू उन्होंने अंदर वड़न नहीं दिता, क्योंकि ਇਹਦਾ एक गुणा सी, ਇਹਨੇ गुरु गोबिंद सिंह जी के बारे महिमा उस्तत उच्चारण की थी। You know what he says? हाशा किसी मुर्शद में यह ईसार नहीं है। These are Urdu words, Hindi कह लो। I've not seen such mercy in any other prophet or any other incarnation of God that has walked this earth। ਅੱਗੇ ਕਹਿੰਦੇ ਨੇ सतगुरु जी की उस्तति दे विच यह प्यार किसी पीर में जिनहार नहीं है। Such love, it cannot and it has not been seen in any other prophet, any other saint who has taken care of his devotees the way Guru Gobind Singh Ji has taken care of his Khalsa children। ये मुसलमान दे अखर ने जी। सिख कवे तो आप कहते हैं सिख आ, ਇਹਦਾ ਤਾਂ ਫਰਜ਼ ਆ ਗੁਰੂ ਦੀ ਉਸਤਤ ਕਰਨੀ। If a Sikh says this, then we may think it is the duty of a Sikh to praise his Guru. But when a Muslim says this, doesn't this make us stop and start thinking how great is Guru Gobind Singh Ji Sache Paatshah? ऐसा प्यार, ऐसी दया किसी होर पीर पैगंबर दुनिया के औलिया दे विच नहीं। साध संगत मेरा सवाल है when are we going to uplift ourselves to be worthy of such love from Guru Gobind Singh Ji? कदों करना जी अगला कदम? कदों हुण अगला कदम चुक के गुरु दे नेड़े होना है? When are we going to bring Guru Gobind Singh Ji into our lives? इन्नी क गल अज आप जी दे सन्मुख रखी है। असी आप जी दे अगे सेवा करते हैं। बहुत गलतियां हो गई प्यारिओ, कृपा करो। विसाखी मनाना तां सफल है जे गुरु दे आखे लगी। आखो सतनाम। गुरु दे आके लगी, आखे लग करके चंगे पुत चंगे धियां बनिए। माई फाइनल बेनती, आई नो मैनी ऑफ अस हियर माइट बी सिटिंग हियर फॉर द फर्स्ट टाइम। ਜਿਹੜੇ ਆਉਂਦੇ ਨੇ ਮੈਨੂੰ ਉਹਨਾਂ ਦੇ ਹੁਣ ਚਿਹਰੇ ਵੀ ਯਾਦ ਆ। ਆਖੋ ਸਤਨਾਮ। ਕਈ ਮੈਂ ਪਹਿਲੀ ਵਾਰ ਚਿਹਰੇ ਦੇਖ ਰਿਹਾ। These are the crowds that just come to Gurdwara for Vaisakhi, and then there's Diwali, and then there's maybe Guru Nanak Dev Ji's Gurpurab, then the rest of the year you don't see them। हाँ जी, गुस्सा ना करे हो, गुरुद्वारे आया करो। हाँ जी, एक साल च 2-3 वारी बंदा आवे तो गुरु की गल कादी सीखे जी। प्यारे हो, if you desire to keep getting your batteries charged up, to keep getting inspired with words of Gurmat, there's this WhatsApp group that the Jatha is doing seva. We have almost 760 odd Sangat members in various groups। ते इत्थे रोज गुरु दियां गल्लां, गुरु दियां बातां, these messages are sent from various saints, philosophers of the Sikh Panth that inspire us every day. We have a digital library of e-books where you can read books about Gurmat in English. Everything is on these groups। Dusri benti, if you desire to listen all the other katha that has been done by the Jatha, especially for the youth, those that don't understand much Punjabi, जे इच्छा हैगी आ भी बाकी कथा जी विसाखी दी है, गुरु नानक महाराज जी जो भी कथा, please go and subscribe to this YouTube page and listen to all the other kathas। Many important topics have been covered। And my last benti is to my fellow brothers and sisters, the younger generation, if you have any questions about Guru Sikhi and you want to ask but you're so scared of being judged, you're so scared that people might think my questions are silly, feel free to reach me out on social media, on Instagram। You can just send me a message and I will reply at the soonest possible time that I have। Guru कृपा करन सारी संगत नूं विसाखी दियां लख लख वधाइयां। कीर्तन करन दू हुण मेरे कोल समा नहीं, असीं अगले गुरुद्वारे साहब भी जाना आ। जिन्नी भी संगत बैठी है साध संगत जी आशीष दिओ। जिन्नियां भी गल्लां होईयां सतगुरु कृपा करन महाराज साडियां ਇਹ ਕੀਤੀਆਂ ਹੋਈਆਂ ਗੱਲਾਂ ਵਿਚਾਰਾਂ ਸਾਡੇ ਜੀਵਨ ਵਿੱਚ ਆਪ ਅਮਲ ਕਰਾ ਕਰਕੇ ਤੇ ਸਤਿਗੁਰੂ ਸਾਰਿਆਂ ਨੂੰ ਗੁਰਸਿੱਖੀ ਜੀਵਨ ਨਾਮ ਦੇ ਰੰਗ ਬਖਸ਼ਿਸ਼ ਕਰਨ। ਆਓ ਪਿਆਰਿਓ, ਜਿੰਨੀ ਵੀ ਸੰਗਤ ਬੈਠੀ ਹੈ ਇੱਥੇ ਤੱਕ ਸਮਾਪਤੀ ਇਜਾਜ਼ਤ ਦਿਓ। ਸਤਿਗੁਰਾਂ ਦੀ ਫਤਿਹ ਬੁਲੰਦ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਦਿਨ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਸਵਿੰਦਰ ਸਿੰਘ ਜੀ ਜਥੇ ਸਮੇਤ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਅੱਜ ਸ਼ਾਮ ਨੂੰ ਇਸੇ ਤਰ੍ਹਾਂ ਡਾਕਟਰ ਸਾਹਿਬ ਜੀ ਕੀਰਤਨ ਦੀ ਹਾਜ਼ਰੀ ਭਰਨਗੇ, ਸੋ ਕਿਰਪਾ ਕਰਕੇ ਅੱਜ ਸ਼ਾਮ ਨੂੰ ਵੀ ਆਪ ਜੀ ਨੂੰ ਆ ਕੇ ਦਰਸ਼ਨ ਦੇਣ ਦੀ ਕਿਰਪਾਤਾ ਕਰਨੀ ਜੀ। ਹੁਣ ਇਸ ਵੇਲੇ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਨਪਿੰਦਰ ਸਿੰਘ ਜੀ 11 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਨਗੇ। ਇਹਨਾਂ ਪਾਸੋਂ ਮਨੋਹਰ ਕੀਰਤਨ ਸਰਵਣ ਕਰਨ ਦੀ ਕਿਰਪਾਤਾ ਕਰੋ ਜੀ। ਸੰਗਤ ਜੀ, ਬਹੁਤ ਹੀ ਸੁੰਦਰ ਪ੍ਰੋਗਰਾਮ ਆਪ ਜੀ ਦੇ ਸਾਹਮਣੇ ਆ ਰਿਹਾ ਹੈ।
ਸੋ ਗਿਆਨੀ ਜੀ ਤੋਂ ਬਾਅਦ ਭੈਣ ਜੀ ਗੁਰਪ੍ਰੀਤ ਕੌਰ ਬੇਸਿਕ